ਨੈਕਸਟ ਵੀ ਆਰ ਗੋਇੰਗ ਟੂ ਡਿਸਕਸ ਦ ਐਨੀਮਲ ਟਿਸ਼ੂ। ਐਨੀਮਲ ਟਿਸ਼ੂ ਕੀ ਹੈ? ਪਹਿਲਾਂ ਤਾਂ ਆਪਾਂ ਨੂੰ ਟਿਸ਼ੂ ਦੀ ਡੈਫੀਨੇਸ਼ਨ, ਜਿਵੇਂ ਆਪਾਂ ਪਲਾਂਟ ਟਿਸ਼ੂ 'ਚ ਪਹਿਲੇ ਦੇਖੀ ਸੀਗੀ, ਇਹ ਗਰੁੱਪ ਆਫ ਸੈਲਸ ਪਰਫੋਰਮਿੰਗ ਏ ਪਰਟੀਕੂਲਰ ਫੰਕਸ਼ਨ ਇਜ਼ ਕਾਲਡ ਟਿਸ਼ੂ। ਅਸੀਂ ਕਿਹਾ ਸੀ ਨਾ ਕਿ ਜਦੋਂ ਇੱਕ ਸੈਲਸ ਜਿਹੜੇ ਹੈਗੇ ਕਾਫੀ ਸਾਰੇ ਇਕੱਠੇ ਹੋ ਕੇ ਕੋਈ ਫੰਕਸ਼ਨ ਪਰਫੋਰਮ ਕਰਦੇ ਹੈ, ਉਹਨੂੰ ਟਿਸ਼ੂ ਕਹਿੰਦੇ ਹੈ। ਅਤੇ ਜਿਹੜੇ ਫੰਕਸ਼ਨ ਹੈਗਾ ਟਿਸ਼ੂ ਦਾ, ਉਹ ਸੈਲਸ ਦੀ ਸਟਰਕਚਰ ਜਿਹੜੀ ਹੈ ਉਹ ਡਿਟਰਮਾਈਨ ਕਰਦੀ ਹੈ ਕਿ ਕੋਈ ਵੀ ਟਿਸ਼ੂ ਕੀ ਕੰਮ ਕਰੇਗਾ। ਉਸ ਬੇਸਿਸ 'ਤੇ ਤਾਂ ਜਿਹੜਾ ਐਨੀਮਲ ਟਿਸ਼ੂ ਹੈ ਇਹ ਵੀ ਕੀ ਹੈ, ਗਰੁੱਪ ਆਫ ਸੈਲਸ ਦਾ ਬਣਿਆ ਹੋਇਆ ਹੈਗਾ। ਔਨ ਦਾ ਬੇਸਿਸ ਆਫ ਕਿ ਸੈਲਸ ਕੀ ਕੰਮ ਕਰਦੇ ਹੈਗੇ, ਡਿਫਰੈਂਟ ਟਾਈਪਸ ਦੇ ਟਿਸ਼ੂ ਜਿਹੜੇ ਸਾਡੇ ਕੋਲ ਪਾਏ ਜਾਂਦੇ ਐਨੀਮਲ ਬੋਡੀ 'ਚ। ਜਾਂ ਜਿਵੇਂ ਅਸੀਂ ਆਪਣੀ ਬੋਡੀ ਦੀ ਗੱਲ ਕਰੀਏ ਤਾਂ ਇੱਥੇ ਐਕਚੁਅਲੀ ਐਨੀਮਲ ਬੋਡੀ ਦਾ ਮਤਲਬ ਕੀ ਹੈ, ਸਾਡੀ ਆਪਣੀ ਬੋਡੀ। ਸਾਡੀ ਬੋਡੀ ਦੇ ਵਿੱਚ ਕਿਹੜੇ ਕਿਹੜੇ ਟਿਸ਼ੂ ਪਾਏ ਜਾਂਦੇ, ਔਰ ਇਸ ਤਰ੍ਹਾਂ ਦੇ ਸਾਰੇ ਟਿਸ਼ੂ ਜਿਹੜੇ ਹੈ ਉਹ ਬਾਕੀ ਔਰਗੈਨਿਜ਼ਮਸ ਦੇ ਵਿੱਚ ਵੀ ਪਾਏ ਜਾਂਦੇ ਹੈ। ਤਾਂ ਐਨੀਮਲ ਟਿਸ਼ੂ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਅਸੀਂ ਕਹਿੰਦੇ ਹੈਗੇ ਕਿ ਐਪੀਥੀਲੀਅਲ ਟਿਸ਼ੂ ਆਉਂਦਾ ਹੈ। ਐਕਚੁਅਲੀ ਬੇਸਿਕਲੀ ਹੀ ਹੈ, ਸਾਡੇ ਕੋਲ 4 ਤਰ੍ਹਾਂ ਦੇ ਟਿਸ਼ੂ ਆਉਂਦੇ ਹੈਗੇ ਆ ਬੇਟੇ। ਇੱਕ ਐਪੀਥੀਲੀਅਲ ਟਿਸ਼ੂ ਹੁੰਦਾ ਹੈਗਾ, ਇੱਕ ਕਨੈਕਟਿਵ ਟਿਸ਼ੂ ਹੁੰਦਾ ਹੈ, ਤੁਹਾਨੂੰ ਦਿਖਾਉਂਦੀ ਹਾਂ ਮੈਂ। ਐਪੀਥੀਲੀਅਲ ਟਿਸ਼ੂ, ਕਨੈਕਟਿਵ ਟਿਸ਼ੂ, ਮਸਕੂਲਰ ਟਿਸ਼ੂ ਅਤੇ ਨਰਵਸ ਟਿਸ਼ੂ। ਦੁਬਾਰਾ ਦੱਸਦੀ ਹਾਂ, ਐਪੀਥੀਲੀਅਲ ਟਿਸ਼ੂ, ਕਨੈਕਟਿਵ ਟਿਸ਼ੂ, ਮਸਕੂਲਰ ਟਿਸ਼ੂ ਅਤੇ ਨਰਵਸ ਟਿਸ਼ੂ। ਮੈਂ ਤੁਹਾਨੂੰ ਲਿਖ ਕੇ ਦਿਖਾ ਦਿੰਦੀ ਹਾਂ ਕਿਹੜੇ ਕਿਹੜੇ ਟਿਸ਼ੂ ਹੈਗੇ ਸਾਡੇ ਕੋਲ ਮੇਨ ਬੇਸ। ਐਪੀਥੀਲੀਅਲ, ਕਨੈਕਟਿਵ, ਮਸਕੂਲਰ ਐਂਡ ਨਰਵਸ। ਤਾਂ 4 ਤਰ੍ਹਾਂ ਦੇ ਟਿਸ਼ੂ ਜਿਹੜੇ ਟੋਟਲ ਪਾਏ ਜਾਂਦੇ ਆ। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਨ ਜਾ ਰਹੇ ਹੈਗੇ ਬੇਟੇ ਐਪੀਥੀਲੀਅਲ ਟਿਸ਼ੂ। ਐਪੀਥੀਲੀਅਲ ਟਿਸ਼ੂ ਜਿਹੜਾ ਹੈ 2 ਤਰ੍ਹਾਂ ਦਾ ਹੁੰਦਾ। ਇੱਕ ਸਿੰਪਲ ਐਪੀਥੀਲੀਅਲ ਟਿਸ਼ੂ ਹੁੰਦਾ, ਯਾਨੀ ਸਿੰਪਲ ਐਪੀਥੀਲੀਅਮ ਵੀ ਕਹਿ ਦਿੰਦੇ ਆ। ਇੱਕ ਜਿਹੜਾ ਹੈਗਾ ਕੰਪਾਊਂਡ ਐਪੀਥੀਲੀਅਲ ਟਿਸ਼ੂ ਹੁੰਦਾ। ਸਿੰਪਲ ਐਪੀਥੀਲੀਅਲ ਟਿਸ਼ੂ ਐਂਡ ਕੰਪਾਊਂਡ ਐਪੀਥੀਲੀਅਲ ਟਿਸ਼ੂ। ਸਿੰਪਲ ਐਪੀਥੀਲੀਅਲ ਟਿਸ਼ੂ ਉਹ ਹੈ ਜਿਹੜਾ ਕਿ ਸੈਲਸ ਸਿੰਗਲ ਲੇਅਰ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। ਇਹ ਸੈਲਸ ਜਿਹੜੇ ਹੈਗੇ ਆ, ਜਿਵੇਂ ਆਪਾਂ ਫਰਸ਼ ਦੀਆਂ ਇੱਟਾਂ ਲਗਾ ਦਿੰਦੇ ਹੈਗੇ ਆ, ਇੱਕ ਫਰਸ਼ ਜਿਹੜੀ ਹੈਗੀ ਹੈ ਪੂਰੀ ਬੰਨ੍ਹ ਕੇ ਉਹਦੇ 'ਤੇ ਅਸੀਂ ਇੱਟਾਂ ਜਾਂ ਟੈਲਾਂ ਲਗਾ ਦਿੰਦੇ ਹਾਂ, ਉਵੇਂ ਇਹ ਸਿੰਗਲ ਲੇਅਰ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। ਇਹਨੂੰ ਅਸੀਂ ਸਿੰਪਲ ਐਪੀਥੀਲੀਅਲ ਟਿਸ਼ੂ ਜਾਂ ਸਿੰਪਲ ਐਪੀਥੀਲੀਅਮ ਕਹਿੰਦੇ ਹਾਂ। ਦੂਜੀ ਪੁਆਇੰਟ ਕੀ ਹੈ, ਕੰਪਾਊਂਡ ਐਪੀਥੀਲੀਅਮ, ਕਿ ਸੈਲਸ ਜਿਹੜੇ ਹੈਗੇ ਆ ਉਹ ਇੱਕ ਲੇਅਰ ਦੇ ਵਿੱਚ ਪ੍ਰੈਜ਼ੈਂਟ ਹੋਣ ਦੀ ਬਜਾਏ ਆਪਾਂ ਪਹਿਲਾਂ ਇੱਕ ਸੈਲਸ ਦੀ ਲੇਅਰ ਹੈ, ਉਹਦੇ ਉੱਤੇ ਇੱਕ ਹੋਰ ਹੈ, ਉਹਦੇ ਉੱਤੇ ਇੱਕ ਹੋਰ ਹੈ, ਉਹਦੇ ਉੱਤੇ ਇੱਕ ਹੋਰ ਹੈ, ਤਾਂ ਅਸੀਂ ਕਹਿੰਦੇ ਹੈਗੇ ਆ ਕੰਪਾਊਂਡ ਐਪੀਥੀਲੀਅਮ। ਮੀਨਸ the cells are arranged in more than one layer, that is called compound epithelium। ਸਭ ਤੋਂ ਪਹਿਲਾਂ ਅਸੀਂ ਸਿੰਪਲ ਐਪੀਥੀਲੀਅਮ ਦੀਆਂ ਟਾਈਪਸ ਦੇਖਦੇ ਹਾਂ। ਇਹਦੀਆਂ ਸਾਡੇ ਕੋਲ ਡਿਫਰੈਂਟ ਟਾਈਪਸ ਹੈਗੀਆਂ। ਸਭ ਤੋਂ ਪਹਿਲਾਂ ਸਕੁਐਮਸ ਐਪੀਥੀਲੀਅਮ, ਕਿਊਬਾਇਡਲ ਐਪੀਥੀਲੀਅਮ ਅਤੇ ਕੋਲਮਨਰ ਐਪੀਥੀਲੀਅਮ। 3 ਬੇਸਿਕ ਟਾਈਪਸ ਹੈ। ਕਿਹੜੀਆਂ? ਸਕੁਐਮਸ ਐਪੀਥੀਲੀਅਮ, ਕਿਊਬਾਇਡਲ ਐਪੀਥੀਲੀਅਮ ਅਤੇ ਕੋਲਮਨਰ ਐਪੀਥੀਲੀਅਮ। ਇਹ ਨਾਮ ਅਸੀਂ ਕਿਸ ਬੇਸ 'ਤੇ ਰੱਖੇ ਹੈ? ਸੈਲਸ ਦੀ ਸ਼ੇਪ ਦੇ ਬੇਸ 'ਤੇ ਰੱਖੇ ਹੈ। ਸਕੁਐਮਸ ਦੇ ਵਿੱਚ ਜਿਹੜੇ ਸੈਲਸ ਹੈ, ਜਿਹੜੇ ਕਿ ਇੱਕ ਲੇਅਰ ਬਣਾ ਰਹੇ ਹੈ, ਉਹ ਫਲੈਟ ਸੈਲਸ ਹੈ। ਉਹ ਕੀ ਹੈਗੇ ਹੈ? ਫਲੈਟ ਸੈਲਸ ਹੈ। ਜਿਵੇਂ ਮੰਨ ਲਓ ਤੁਸੀਂ ਕਿਸੇ ਫਰਸ਼ ਉੱਤੇ ਟਾਇਲ ਲਗਾ ਰਹੇ ਹੈਗੇ ਹੋ, ਟਾਇਲ ਫਲੈਟ ਹੁੰਦੀ ਹੈ, ਤਾਂ ਉਵੇਂ ਕੀ ਹੈ? ਫਲੈਟ ਸੈਲਸ ਹੁੰਦੇ ਹੈ। ਇਹ ਜਿਹੜੀ ਸਕੁਐਮਸ ਐਪੀਥੀਲੀਅਮ ਹੈ, ਇਹ ਕਿੱਥੇ ਪ੍ਰੈਜ਼ੈਂਟ ਹੁੰਦੀ ਹੈ? ਸਾਡੀਆਂ ਬਲੱਡ ਵੈਸਲਸ ਜਾਂ ਉਹ ਕੰਧਾਂ ਦੇ ਵਿੱਚ, ਵਾਲਸ ਦੇ ਵਿੱਚ, ਜਿਹੜੀਆਂ ਸਾਡੀਆਂ ਲਹੂ ਵਹਿਣੀਆਂ ਹੈਗੀਆਂ ਬਲੱਡ ਵੈਸਲਸ ਹੈ, ਉਹਨਾਂ ਦੀ ਜਿਹੜੀ ਵਾਲ ਹੈ, ਜਿਵੇਂ ਮੰਨ ਲਓ ਰਿਫਲ ਹੈ ਰੈੱਡ ਕਲਰ ਦਾ, ਇਹਦੇ ਅੰਦਰ ਜਿਹੜੀ ਵਾਲ ਹੈਗੀ ਉਹ ਕਾਹਦੀ ਬਣੀ ਹੋਵੇ? ਸਕੁਐਮਸ ਐਪੀਥੀਲੀਅਮ ਦੀ ਬਣੀ ਹੋਵੇ। ਉਸੇ ਤਰ੍ਹਾਂ ਬਲੱਡ ਵੈਸਲਸ ਦੀ ਵਾਲ ਜਿਹੜੀ ਹੈ ਸਕੁਐਮਸ ਐਪੀਥੀਲੀਅਮ ਦੀ ਬਣੀ ਹੈ। ਸੈਕਿੰਡਲੀ ਏਅਰ ਸੈਕਸ, ਅਸੀਂ ਲੰਗਸ ਕਹਿੰਦੇ ਹੈਗੇ ਆ, ਸਾਡੇ ਫੇਫੜੇ ਹੁੰਦੇ ਹੈਗੇ ਆ, ਤੁਹਾਨੂੰ ਯਾਦ ਹੋ ਅਸੀਂ ਲੰਗਸ ਦੀ ਅਸੀਂ ਥੋੜ੍ਹਾ ਤੁਹਾਨੂੰ ਆਈਡੀਆ ਦੇ ਦਿੰਦੀ ਹੈ। ਇੱਥੋਂ ਉੱਪਰੋਂ ਸਾਹ ਨਲੀ ਆ ਰਹੀ ਹੈ, ਇਹ 2 'ਚ ਡਿਵਾਈਡ ਹੋ ਜਾਂਦੀ ਹੈ, ਹਰੇਕ ਇੱਕ ਲੰਗ ਦੇ ਵਿੱਚ ਐਂਟਰ ਕਰ ਜਾਂਦੀ ਹੈ। ਹਰੇਕ ਹੀ ਕਰਦੀ ਹੈ, ਇੱਕ ਲੰਗ ਦੇ ਵਿੱਚ ਐਂਟਰ ਕਰ ਜਾਂਦੀ ਹੈ। ਤਾਂ ਇੱਥੇ ਜਾ ਕੇ ਇਹ ਨਿੱਕੀਆਂ ਨਿੱਕੀਆਂ ਸਾਹ ਨਲੀਆਂ 'ਚ ਡਿਵਾਈਡ ਹੁੰਦੀ ਹੈ, ਅਤੇ ਇਹਦੇ ਅੰਦਰ ਕੀ ਹੁੰਦੇ? ਸੈਕ ਪ੍ਰੈਜ਼ੈਂਟ ਹੁੰਦੇ ਹੈ, ਥੈਲੇ ਪ੍ਰੈਜ਼ੈਂਟ ਹੁੰਦੇ ਹੈ, ਜਿਨ੍ਹਾਂ ਨੂੰ ਅਸੀਂ ਏਅਰ ਸੈਕਸ ਕਹਿੰਦੇ ਹਾਂ। ਉਹਨਾਂ ਏਅਰ ਸੈਕਸ ਜਿਹੜੀ ਵਾਲ ਹੈਗੀ ਹੈ, ਉਹਨਾਂ ਏਅਰ ਸੈਕਸ ਦੀ ਜਿਹੜੀ ਵਾਲ ਹੈਗੀ ਹੈ, ਉਹਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ? ਸਕੁਐਮਸ ਐਪੀਥੀਲੀਅਮ। ਠੀਕ ਹੈ, ਤਾਂ ਸਕੁਐਮਸ ਐਪੀਥੀਲੀਅਮ ਕਾਹਦੇ 'ਚ ਪ੍ਰੈਜ਼ੈਂਟ ਹੈ? ਬਲੱਡ ਵੈਸਲਸ ਦੀ ਵਾਲ ਦੇ ਵਿੱਚ ਅਤੇ ਏਅਰ ਸੈਕ ਦੀ ਵਾਲ ਦੇ ਵਿੱਚ ਪ੍ਰੈਜ਼ੈਂਟ ਹੈ। ਸੈਕਿੰਡ ਹੈ ਕਿਊਬਾਇਡਲ ਐਪੀਥੀਲੀਅਮ। ਕਿਊਬਾਇਡਲ ਦਾ ਮਤਲਬ ਜਿਹਦੀ ਉਚਾਈ ਚੌੜਾਈ ਸਭ ਕੁਝ ਕੀ ਹੋਵੇ? ਬਰਾਬਰ ਹੋਵੇ, ਉਹਨੂੰ ਅਸੀਂ ਕਿਊਬ ਕਹਿੰਦੇ ਹਾਂ। ਤਾਂ ਜੇ ਸੈਲਸ ਕਿਊਬ ਸ਼ੇਪ ਦੇ ਹੋਣ ਤਾਂ ਐਪੀਥੀਲੀਅਮ ਨੂੰ ਕਹਿੰਦੇ ਆ ਕਿਊਬਾਇਡਲ ਐਪੀਥੀਲੀਅਮ। ਕਿਊਬਾਇਡਲ ਐਪੀਥੀਲੀਅਮ ਜਨਰਲੀ ਕਿੱਥੇ ਪਾਈ ਜਾਂਦੀ ਬੇਟੇ? ਜਿੰਨੀਆਂ ਵੀ ਸਾਡੀਆਂ ਗਲੈਂਡਸ ਹੈ,
ਜਿਹੜੀਆਂ ਸਕਰੀਸ਼ਨ ਸਕਰੀਟ ਕਰਦੀਆਂ। ਅਤੇ ਜਿਹੜਾ ਕਿਡਨੀ ਦੇ ਵਿੱਚ ਨੈਫਰੋਨ ਹੁੰਦੇ, ਸਾਡੇ ਗੁਰਦਿਆਂ ਦੇ ਵਿੱਚ ਇੱਕ ਯੂਨਿਟ ਹੁੰਦੇ ਜਿਹੜੇ ਕਿ ਕੰਮ ਕਰਦੇ ਹੈਗੇ। ਨੈਫਰੋਨ ਆਰ ਮੇਨਲੀ ਦਾ ਐਕਸਕ੍ਰੀਟਰੀ ਯੂਨਿਟ ਆਫ ਦਾ ਕਿਡਨੀ ਦਾ ਐਕਸਕ੍ਰੀਸ਼ਨ ਦਾ ਕੰਮ ਮੇਨ ਨੈਫਰੋਨ ਕਰਦੇ ਹੈ। ਨੈਫਰੋਨ 'ਚ ਕੀ ਹੁੰਦੀ ਹੈ, ਟਿਊਬਿਊਲ ਪ੍ਰੈਜੈਂਟ ਹੁੰਦੀ ਹੈ। ਆਪਾਂ ਲੈਸਨ ਕਰਾਂਗੇ ਉਹ 'ਚ ਤੁਹਾਨੂੰ ਕਲੈਰਿਟੀ ਹੋ ਜਾਏਗੀ। ਤਾਂ ਜਿਹੜੀ ਟਿਊਬਿਊਲ ਹੈਗੀ ਹੈ ਉਹਦੀ ਅੰਦਰਲੀ ਲਾਈਨਿੰਗ ਅਤੇ ਗਲੈਂਡਸ ਦੀ ਅੰਦਰ ਲਾਈਨਿੰਗ ਜਿਹੜੀ ਹੈਗੀ ਹੈ ਉਹ ਕਾਹਦੀ ਬਣੀ ਹੁੰਦੀ ਹੈ, ਕਿਊਬੋਇਡਲ ਐਪੀਥੀਲੀਅਮ ਦੀ ਬਣੀ ਹੁੰਦੀ ਹੈ। ਤਾਂ ਡਕਟਸ ਆਫ ਗਲੈਂਡਸ, ਡਕਟ ਮੈਨੇ ਨਾਲੀਆਂ ਗਲੈਂਡ ਦੀਆਂ। ਕੋਈ ਵੀ ਗਲੈਂਡ ਜਿਹੜੀ ਹੈ, ਸਪੋਜ਼ ਕਰੋ ਬੇਟੇ ਕਿ ਇੱਕ ਗਲੈਂਡ ਹੈ, ਠੀਕ ਹੈ, ਇਹ ਆਪਦੀ ਗਲੈਂਡ ਜਿਹੜੀ ਹੈਗੀ ਹੈ ਇਹ ਆਪਦੀ ਸਕਰੀਸ਼ਨ ਨੂੰ ਸਕਰੀਟ ਕਰਕੇ ਇੱਕ ਖਾਸ ਤਰ੍ਹਾਂ ਦੀ ਡਕਟ ਦੇ ਵਿੱਚ ਭੇਜ ਦਿੰਦੀ ਹੈ। ਇਹ ਡਕਟ ਦੀ ਲਾਈਨਿੰਗ ਹੈ ਉਹ ਕਾਹਦੀ ਬਣੀ ਹੋਊਗੀ, ਕਿਊਬੋਇਡਲ ਐਪੀਥੀਲੀਅਮ ਦੀ ਬਣੀ ਹੋਊਗੀ, ਰਾਈਟ। ਅਤੇ ਇਸੇ ਤਰ੍ਹਾਂ ਜਿਹੜਾ ਨੈਫਰੋਨ ਹੈਗਾ, ਨੈਫਰੋਨ ਦੀ ਜੇ ਸਟਰਕਚਰ ਤੁਹਾਨੂੰ ਥੋੜ੍ਹੀ ਜਿਹੀ ਬਣਾ ਕੇ ਦਿਖਾ ਦਿੰਦੀ ਹੈ। ਨੈਫਰੋਨ ਇਸ ਤਰ੍ਹਾਂ ਬਣਿਆ ਵਾ ਹੁੰਦਾ ਹੈ, ਜਸਟ ਅ ਮਿੰਟ। ऐसा करके एक लूप ऑफ हैंडल है, सारी ट्यूब्यूल हैगी है, ठीक है। ਤਾਂ ਅੱਗੇ ਖੁੱਲ੍ਹ ਜਾਂਦੀ ਹੈ। ਆਹ ਜਿਹੜੀ ਸਾਰੀ ਟਿਊਬਿਊਲ ਆ ਰਹੀ ਹੈਗੀ ਹੈ ਇਹਦੀ ਲਾਈਨਿੰਗ ਕੌਣ ਬਣਾਉਂਦਾ ਹੈਗਾ, ਕਿਊਬੋਇਡਲ ਐਪੀਥੀਲੀਅਮ। ਫਿਰ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਕੋਲਮਨਰ ਐਪੀਥੀਲੀਅਮ, ਜਿਨ੍ਹਾਂ ਦੇ ਸੈੱਲ ਜਿਹੜੇ ਹੈਗੇ ਕਾਲਮ ਸ਼ੇਪ ਦੇ ਹੁੰਦੇ ਹੈ। ਜਿਵੇਂ ਪੈਨ ਕੀ ਇੱਕ ਕਾਲਮ ਹੈ, ਇਹ ਚੌਕ ਕੀ ਹੁੰਦਾ, ਕਾਲਮ ਹੁੰਦਾ, ਠੀਕ ਹੈ। ਸੈੱਲ ਲੰਬੇ ਹੁੰਦੇ ਆ, ਕਾਲਮ ਵਰਗੇ ਹੁੰਦੇ ਆ, ਤਾਂ ਅਸੀਂ ਉਹਨੂੰ ਕੋਲਮਨਰ ਐਪੀਥੀਲੀਅਮ ਕਹਿੰਦੇ ਹਾਂ। ਇਹਦੀਆਂ ਫਰਦਰ ਟਾਈਪਸ ਹੁੰਦੀਆਂ ਡਿਪੈਂਡਿੰਗ ਅਪੋਨ ਕਿ ਕੀ ਫੰਕਸ਼ਨ ਕਰ ਰਹੀਆਂ। ਜੇ ਤਾਂ ਕੋਲਮਨਰ ਐਪੀਥੀਲੀਅਮ ਦੇ ਉੱਤੇ ਇਹ ਛੋਟੀਆਂ ਛੋਟੀਆਂ ਥ੍ਰੈਡ ਵਰਗੀਆਂ ਜਿਹੜੀਆਂ ਹੈਗੀਆਂ ਸਟਰਕਚਰਸ, ਜਿਹਨੂੰ ਅਸੀਂ ਸੀਲੀਆ ਕਹਿੰਦੇ ਹਾਂ, ਦੀਜ਼ ਆਰ ਕਾਲਡ ਸੀਲੀਆ। ਜੇ ਸੀਲੀਆ ਪ੍ਰੈਜੈਂਟ ਹੁੰਦੇ ਆ ਤਾਂ ਅਸੀਂ ਇਹਨੂੰ ਸੀਲੀਏਟਿਡ ਐਪੀਥੀਲੀਅਮ ਕਹਿੰਦੇ ਹਾਂ। ਕੀ ਕਹਿੰਦੇ ਆ, ਸੀਲੀਏਟਿਡ ਐਪੀਥੀਲੀਅਮ। ਤਾਂ ਇਹ ਕੀ ਹੈ, ਸੀਲੀਆ ਬੇਸਲ ਗ੍ਰੈਨਿਊਲ ਤੋਂ ਅਰਾਈਜ਼ ਹੁੰਦੇ ਆ। ਕਾਸ ਤੋਂ ਬਣਦੇ ਹੈ, ਬੇਸਲ ਗ੍ਰੈਨਿਊਲ ਤੋਂ ਬਣਦੇ ਹੈ। ਸੈਂਟਰ 'ਚ ਕੀ ਪਿਆ, ਨਿਊਕਲੀਅਸ ਪਿਆ। ਸੈੱਲ ਕਾਹਦੇ 'ਤੇ ਪਿਆ, ਬੇਸਮੈਂਟ ਮੈਂਬਰੇਨ 'ਤੇ। ਇੱਕ ਗੱਲ ਯਾਦ ਰੱਖਣੀ ਹੈ ਕਿ ਐਪੀਥੀਲੀਅਲ ਸੈੱਲ ਜਿਹੜੇ ਹੈ ਸਾਰੇ ਕਾਹਦੇ 'ਤੇ ਪ੍ਰੈਜੈਂਟ ਹੁੰਦੇ ਆ, ਬੇਸਮੈਂਟ ਮੈਂਬਰੇਨ। ਬੇਸਮੈਂਟ ਮੈਂਬਰੇਨ ਕੀ ਹੈ, ਜਿਵੇਂ ਅਸੀਂ ਟੈਲਾਂ ਲਾਉਣ ਵਾਸਤੇ ਥੱਲੇ ਪਹਿਲਾਂ ਕੀ ਹੈ, ਸੀਮੈਂਟ ਲਗਾ ਦਿੰਦੇ ਹੈਗੇ, ਉਹਦੇ ਉੱਤੇ ਟੈਲ ਰੱਖਦੇ ਹਾਂ, ਤਾਂ ਉਹ ਜਿਹੜਾ ਸੀਮੈਂਟ ਕੀ ਹੈ, ਬੇਸਮੈਂਟ ਮੈਂਬਰੇਨ ਹੈ। ਇਸੇ ਤਰ੍ਹਾਂ ਇਹਦੇ ਵਿੱਚ ਵੀ ਕੀ ਹੁੰਦੀ ਹੈ, ਬੇਸਮੈਂਟ ਮੈਂਬਰੇਨ। ਤਾਂ ਸੈੱਲ ਜਿਹੜੇ ਆ ਬੇਸਮੈਂਟ ਮੈਂਬਰੇਨ ਦੇ ਉੱਤੇ ਪਏ ਹੈ, ਅਤੇ ਜੇ ਉਹਨਾਂ 'ਤੇ ਸੀਲੀਆ ਲੱਗੇ ਹੋਏ ਹੈ ਤਾਂ ਅਸੀਂ ਐਪੀਥੀਲੀਅਮ ਨੂੰ ਸੀਲੀਏਟਿਡ ਐਪੀਥੀਲੀਅਮ ਕਹਿ ਦਿੰਦੇ ਹਾਂ। ਇਹ ਜਿਹੜੇ ਸੀਲੀਏਟਿਡ ਐਪੀਥੀਲੀਅਮ ਹੈ ਇਹ ਕਾਹਦੇ ਅੰਦਰ ਹੁੰਦੀ ਹੈ, ਬ੍ਰੌਂਕੀਓਲਸ ਐਂਡ ਫੈਲੋਪੀਅਨ ਟਿਊਬ। ਬ੍ਰੌਂਕੀਓਲਸ ਕੀ ਹੈ, ਮੈਂ ਤੁਹਾਨੂੰ ਦੱਸ ਰਹੀ ਸੀਗੀ ਕਿ ਆਹ ਕੀ ਹੈ, ਸਾਹ ਨਲੀ ਆ ਰਹੀ ਹੈ, ਇਹ ਬ੍ਰੌਂਕਸ 'ਚ ਡਿਵਾਈਡ ਕਰ ਜਾਂਦੀ ਹੈ। ਬ੍ਰੌਂਕਸ ਅੱਗੇ ਛੋਟੇ ਛੋਟੇ, ਜੇ ਮੈਨੂੰ ਹੋਰ ਕਲੀਅਰ ਬਣਾਵਾਂ, ਇਸ ਤਰ੍ਹਾਂ ਸਾਹ ਨਲੀ ਹੈ, ਇਹ ਬ੍ਰੌਂਕਸ ਹੈ। ਬ੍ਰੌਂਕਸ ਅੱਗੇ ਬ੍ਰੌਂਕੀਓਲਸ ਦੇ ਵਿੱਚ ਡਿਵਾਈਡ ਕਰ ਗਿਆ, ਉਹ ਅੱਗੇ ਐਲਵੀਓਲਸ ਦੇ ਵਿੱਚ ਖੁੱਲ੍ਹ ਗਏ। ਤਾਂ ਆਹ ਜਿਹੜੇ ਬ੍ਰੌਂਕੀਓਲਸ ਹੈ ਇਹਨਾਂ ਦੀ ਇਨਰ ਲਾਈਨਿੰਗ ਕਾਹਦੀ ਬਣੀ ਹੁੰਦੀ ਹੈ ਬੇਟੇ, ਸੀਲੀਏਟਿਡ ਐਪੀਥੀਲੀਅਮ ਦੀ ਬਣੀ ਹੁੰਦੀ ਹੈ। ਦੂਜਾ ਕੀ ਹੈ, ਫੈਲੋਪੀਅਨ ਟਿਊਬ। ਫੈਲੋਪੀਅਨ ਟਿਊਬ ਜਿਹੜੀ ਹੈ ਫੀਮੇਲ ਰਿਪਰੋਡਕਟਿਵ ਸਿਸਟਮ ਦਾ ਇੱਕ ਪਾਰਟ ਹੈਗਾ, ਠੀਕ ਹੈ। ਉਹਦੇ ਐਕਚੁਅਲੀ ਸੀਲੀਆ ਦਾ ਕੰਮ ਕੀ ਹੁੰਦਾ, ਬੀਟ ਕਰ ਕਰਕੇ ਕਿਸੇ ਚੀਜ਼ ਨੂੰ ਅੱਗੇ ਵੱਲ ਧੱਕਣਾ। ਤਾਂ ਇਹਨਾਂ ਦੋਨਾਂ ਦੇ ਵਿੱਚ ਜ਼ਰੂਰਤ ਪੈਂਦੀ ਹੈਗੀ ਹੈ ਕਿ ਮਟੀਰੀਅਲ ਨੂੰ ਅੱਗੇ ਜਿਹੜਾ ਹੈਗਾ ਪਾਸ ਔਨ ਕੀਤਾ ਜਾਵੇ। ਇਸ ਕਰਕੇ ਉੱਥੇ ਕਿਹੜੀ ਐਪੀਥੀਲੀਅਮ ਹੁੰਦੀ ਹੈ, ਸੀਲੀਏਟਿਡ ਕੋਲਮਨਰ ਐਪੀਥੀਲੀਅਮ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਹੈਗੀ ਹੈ ਐਪੀਥੀਲੀਅਮ ਦੇ ਵਿੱਚ ਕੀ ਪ੍ਰੈਜੈਂਟ ਹੈ, ਵਿਲਾਈ। ਕਿ ਉੱਪਰ ਜਿਹੜੇ ਹੈਗੇ ਇਸ ਕਰਕੇ ਫਿੰਗਰ ਲਾਈਕ ਪ੍ਰੋਜੈਕਸ਼ਨਸ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਵਿਲਾਈ ਕਹਿੰਦੇ ਹਾਂ, ਜਿਹੜੀਆਂ ਕਿ ਐਬਜ਼ੋਰਪਸ਼ਨ ਦੇ ਵਿੱਚ ਹੈਲਪ ਕਰਦੀਆਂ। ਕਾਹਦੇ ਵਿੱਚ ਹੈਲਪ ਕਰਦੀਆਂ, ਕਿਸੇ ਵੀ ਚੀਜ਼ ਦੀ ਐਬਜ਼ੋਰਪਸ਼ਨ ਦੇ ਵਿੱਚ ਸਰਫੇਸ ਏਰੀਆ ਵਧਾ ਦਿੰਦੀਆਂ, ਕਿਸੇ ਵੀ ਚੀਜ਼ ਨੂੰ ਐਬਜ਼ੋਰਬ ਕਰਨ ਦਾ ਸਰਫੇਸ ਏਰੀਆ ਵਧਾ ਦਿੰਦੀਆਂ, ਠੀਕ ਹੈ। ਤਾਂ ਇਹ ਜਿਹੜੀਆਂ ਐਬਜ਼ੋਰਪਸ਼ਨ ਵਾਲੀਆਂ ਵਿਲਾਈ ਹੈ ਇਹ ਕਿਹੜੀ ਜਗ੍ਹਾ 'ਤੇ ਪ੍ਰੈਜੈਂਟ ਹੁੰਦੀਆਂ, ਜਿਹੜੇ ਸਾਡੀ ਸਟਮਕ ਹੁੰਦਾ, ਸਾਡਾ ਮੈਦਾ, ਅਤੇ ਸਾਡੀ ਜਿਹੜੀ ਇੰਟੈਸਟਾਈਨ ਹੈ, ਆਂਦਰ ਹੈ, ਛੋਟੀ ਆਂਦਰ ਹੈ, ਉੱਥੇ ਇਹ ਜਿਹੜੀ ਹੈਗੀ ਹੈ ਵਿਲਾਈ ਪ੍ਰੈਜੈਂਟ ਹੁੰਦੇ ਹੈ। ਤਾਂ ਕਿ ਜਦੋਂ ਭੋਜਨ ਜਿਹੜੇ ਫੂਡ ਹੈਗਾ ਉੱਥੋਂ ਪਾਸ ਹੁੰਦਾ ਹੈਗਾ ਤਾਂ ਉਹ ਈਜ਼ੀਲੀ ਅਬਜ਼ੋਰਬ ਕੀਤਾ ਜਾ ਸਕੇ, ਠੀਕ ਹੈ। ਸਰਫੇਸ ਏਰੀਆ ਵੱਧ ਜਾਂਦਾ। ਦੇਖੋ ਨਾ ਬੇਟੇ, ਜੇ ਮੈਂ ਇਹ ਵਾਲਾ ਸੈੱਲ ਐਂ ਬਣਾਵਾਂ ਇਸ ਤਰ੍ਹਾਂ, ਠੀਕ ਹੈ, ਤਾਂ ਸਰਫੇਸ ਏਰੀਆ ਸਿਰਫ ਇੰਨਾ ਕੁ ਹੈ। ਜੇ ਐਂ ਬਣਾਵਾਂ ਤਾਂ ਇੰਨਾ ਸਾਰਾ ਸਰਫੇਸ ਏਰੀਆ, ਅਤੇ ਇਹਦਾ ਮਤਲਬ ਜ਼ਿਆਦਾ ਚੀਜ਼ ਐਬਜ਼ੋਰਬ ਹੋਊਗੀ ਇੱਥੋਂ, ਠੀਕ ਹੈ ਨਾ, ਐਬਜ਼ੋਰਪਸ਼ਨ ਏਰੀਆ ਵੱਧ ਗਿਆ। ਸੋ ਵਿਲਾਈ ਜਿਹੜੇ ਆ ਐਬਜ਼ੋਰਪਸ਼ਨ ਏਰੀਆ ਨੂੰ ਇੰਕਰੀਜ਼ ਕਰਦੇ ਆ। ਉਸ ਤੋਂ ਬਾਅਦ ਸਾਡੇ ਕੋਲ ਸੈੱਲਸ ਆ ਜਾਂਦੇ ਆ, ਕੋਲਮਨਰ ਸੈੱਲਸ, ਜਿਹੜੇ ਕਿ
ਗਲੈਂਡ ਦਾ ਕੰਮ ਕਰਦੇ ਹੈ, ਕੋਈ ਨਾ ਕੋਈ ਸਕਰੀਸ਼ਨ ਪ੍ਰੋਡਿਊਸ ਕਰਦੇ ਹੈ। ਉਹ ਸਕਰੀਸ਼ਨ ਆਇਲ ਹੋ ਸਕਦੀ ਹੈ, ਉਹ ਸਕਰੀਸ਼ਨ ਐਂਜ਼ਾਈਮ ਹੋ ਸਕਦੀ ਹੈ, ਉਹ ਸਕਰੀਸ਼ਨ ਮਿਲਕ ਹੋ ਸਕਦੀ ਹੈ, ਉਹ ਸਕਰੀਸ਼ਨ ਮਿਊਕਸ ਹੋ ਸਕਦੀ ਹੈ, ਕੋਈ ਵੀ ਸਕਰੀਸ਼ਨ ਸਕਰੀਟ ਕਰ ਸਕਦੇ ਹੈ, ਰਾਈਟ। ਤਾਂ ਆਹ ਕੀ ਬਣੀ ਹੋਈ ਹੈ, ਇਹ ਸੈੱਲ ਦੇ ਅੰਦਰ ਇੱਕ ਗਲੈਂਡ ਬਣੀ ਹੋਈ ਹੈ ਜਿਹੜੀ ਕਿ ਪ੍ਰੋਡਿਊਸ ਕਰ ਰਹੀ ਹੈ, ਕੋਈ ਨਾ ਕੋਈ ਸਕਰੀਸ਼ਨ ਪ੍ਰੋਡਿਊਸ ਕਰ ਰਹੀ ਹੈ। ਤਾਂ ਨਿਊਕਲੀਅਸ ਪ੍ਰੈਜ਼ੈਂਟ ਹੈ, ਸੈੱਲ ਕੀ ਹੈ, ਕੋਲਮਨਰ ਸ਼ੇਪਡ ਹੈਗੇ ਹੈ। ਹੁਣ ਜਿਹੜੀ ਇਹ ਗਲੈਂਡੂਲਰ ਐਪੀਥੀਲੀਅਮ, ਇਹਨੂੰ ਅਸੀਂ ਐਪੀਥੀਲੀਅਮ ਨੂੰ ਕੀ ਕਹਾਂਗੇ, ਗਲੈਂਡੂਲਰ ਐਪੀਥੀਲੀਅਮ। ਇਹ ਗਲੈਂਡੂਲਰ ਐਪੀਥੀਲੀਅਮ ਹੈ ਯੂਨੀਸੈਲਰ ਵੀ ਹੋ ਸਕਦੀ ਹੈ, ਮਲਟੀ ਸੈਲਰ ਵੀ ਹੋ ਸਕਦੀ ਹੈ। ਜੇ ਇੱਕ ਸੈੱਲ ਦੀ ਬਣੀ ਹੋਈ ਹੈਗੀ, ਸਿੰਗਲ ਸੈੱਲ ਦੀ, ਦੈਨ ਇਟ ਇਜ਼ ਕਾਲਡ ਯੂਨੀਸੈਲਰ। ਜਿਵੇਂ ਅਸੀਂ ਇੱਥੇ ਦਿਖਾਇਆ, ਮੰਨ ਲਓ ਇਕੱਲਾ ਇੱਕ ਸੈੱਲ ਹੋਵੇ ਪ੍ਰੈਜ਼ੈਂਟ, ਦੈਨ ਇਟ ਇਜ਼ ਕਾਲਡ ਯੂਨੀਸੈਲਰ। ਇਹਨਾਂ ਸੈੱਲਸ ਨੂੰ ਅਸੀਂ ਗੋਬਲੇਟ ਸੈੱਲਸ ਕਹਿੰਦੇ ਹਾਂ। ਉਹ ਸੈੱਲ ਜਿਹੜੇ ਕੁਝ ਨਾ ਕੁਝ ਸਕਰੀਟ ਕਰਦੇ ਅਤੇ ਇਕੱਲੇ ਪਏ ਹੈਗੇ ਆ, ਇਹ ਸਾਡੀ ਜਿਹੜੀ ਹੈਗੀ ਫੂਡ ਪਾਈਪ ਹੈ ਉਹਦੇ ਵਿੱਚ ਪ੍ਰੈਜ਼ੈਂਟ ਹੁੰਦੇ ਹੈ, ਦੈਟ ਆਰ ਕਾਲਡ ਗੋਬਲੇਟ ਸੈੱਲ। ਮਲਟੀ ਸੈਲਰ ਕੀ ਹੁੰਦੀ ਹੈ ਗਲੈਂਡ, ਕਿ ਜੇ ਗਲੈਂਡ ਇੱਕ ਤੋਂ ਵੱਧ ਸੈੱਲਾਂ ਦੀ ਬਣੀ, ਜਿਵੇਂ ਆਹ ਇੱਕ ਗਲੈਂਡ ਬਣੀ ਹੈ, ਇਹ 'ਚ ਕਾਫੀ ਸਾਰੇ ਸੈੱਲਸ ਪ੍ਰੈਜ਼ੈਂਟ ਹੈ ਜਿਹੜੇ ਕਿ ਸਕਰੀਸ਼ਨ ਸਕਰੀਟ ਕਰ ਰਹੇ ਆ, ਸਾਰੀ ਸਕਰੀਸ਼ਨ ਇੱਥੇ ਆ ਗਈ, ਠੀਕ ਹੈ। ਤਾਂ ਦਿਸ ਇਜ਼ ਕਾਲਡ ਮਲਟੀ ਸੈਲਰ ਗਲੈਂਡ। ਮਲਟੀ ਸੈਲਰ ਗਲੈਂਡ ਜਿਹੜੀਆਂ ਹੈਗੀਆਂ ਇਹ ਅਲੱਗ-ਅਲੱਗ ਥਾਵਾਂ 'ਤੇ ਪਾਈਆਂ ਜਾਂਦੀਆਂ। ਇਹ ਸਾਨੂੰ, ਇਹਨਾਂ ਨੂੰ ਅਸੀਂ ਫਰਦਰ ਅੱਗੇ ਡਿਵਾਈਡ ਕਰਦੇ ਹਾਂ ਬੇਟੇ। ਫਰਦਰ 3 ਤਰ੍ਹਾਂ ਦੀਆਂ ਜਿਹੜੀਆਂ ਗਲੈਂਡੂਲਰ ਐਪੀਥੀਲੀਅਮ ਹੈਗੀਆਂ ਮਲਟੀ ਸੈਲਰ, ਐਕਸੋਕਰਾਈਨ ਗਲੈਂਡਸ, ਐਂਡੋਕਰਾਈਨ ਗਲੈਂਡਸ ਅਤੇ ਮਿਕਸੋਕਰਾਈਨ ਗਲੈਂਡਸ। ਸਾਡੀ ਬੋਡੀ ਜਿਹੜੀਆਂ ਗਲੈਂਡਸ ਹੈ 3 ਤਰ੍ਹਾਂ ਦੀਆਂ ਹੁੰਦੀਆਂ ਬੇਟੇ। ਐਕਸੋਕਰਾਈਨ ਗਲੈਂਡਸ, these are called exocrine glands, endocrine glands, mixocrine glands। ਜਿਹੜੀਆਂ ਗਲੈਂਡਸ ਆਪਦੀ ਸਕਰੀਸ਼ਨ ਨੂੰ ਕਿਸੇ ਡਕਟ ਵਿੱਚ ਭੇਜ ਦਿੰਦੀਆਂ, ਜਿਵੇਂ ਆਹ ਇੱਕ ਗਲੈਂਡ ਹੈ, ਇਹਨੇ ਜੋ ਸਕਰੀਟ ਕੀਤਾ ਇਸ ਡਕਟ ਦੇ ਅੰਦਰ ਚਲਾ ਗਿਆ, ਇਹ ਦੇਖੋ ਇਹਨੇ ਸਪੋਜ਼ ਆ ਐਂਜ਼ਾਈਮ ਸਕਰੀਟ ਕੀਤਾ, ਇਹ ਐਂਜ਼ਾਈਮ ਇੱਥੇ ਡਕਟ ਵਿੱਚ ਆ ਕੇ ਉਸ ਜਗ੍ਹਾ 'ਤੇ ਪਹੁੰਚ ਗਿਆ ਜਿੱਥੇ ਇਹਨੇ ਆਪਣਾ ਕੰਮ ਕਰਨਾ ਸੀ। ਤਾਂ ਅਸੀਂ ਕਹਿੰਦੇ ਹਾਂ ਜਿਹੜੀਆਂ ਗਲੈਂਡ ਹੈ ਉਹ ਡਕਟਫੁੱਲ ਗਲੈਂਡਸ ਹੈ। ਦੀਜ਼ ਆਰ ਡਕਟਫੁੱਲ ਗਲੈਂਡਸ, ਮੀਨਸ ਗਲੈਂਡ ਦੀਆਂ ਡਕਟ ਪ੍ਰੈਜ਼ੈਂਟ ਹੈ। ਜਿਨ੍ਹਾਂ ਗਲੈਂਡਸ ਦੀਆਂ ਡਕਟ ਪ੍ਰੈਜ਼ੈਂਟ ਹੁੰਦੀਆਂ ਉਹਨਾਂ ਨੂੰ ਐਕਸੋਕਰਾਈਨ ਗਲੈਂਡਸ ਕਹਿੰਦੇ ਹੈ। ਐਗਜ਼ਾਮਪਲ ਕੀ ਸਾਡੇ ਕੋਲ ਲੀਵਰ ਗਲੈਂਡਸ ਆਫ ਦਾ ਇੰਟੈਸਟਾਈਨ, ਠੀਕ ਹੈ। ਇੰਟੈਸਟਾਈਨ ਦੀਆਂ ਗਲੈਂਡਸ ਮੈਕਸੀਮਮ ਜਿਹੜੀਆਂ ਹੈਗੀਆਂ ਉਹ ਐਕਸੋਕਰਾਈਨ ਗਲੈਂਡ ਹੈਗੀਆਂ। ਜਿਵੇਂ ਅਸੀਂ ਕਹਿੰਦੇ ਨਹੀਂ ਹੈਗੀਆਂ ਜਿਹੜੀਆਂ ਸਟਮਕ ਦੀਆਂ ਗਲੈਂਡਸ ਆ ਉਹ ਵੀ ਕੀ ਹੈ, ਇੰਟੈਸਟਾਈਨ ਇਟਸੈਲਫ ਗਲੈਂਡਸ ਹੈ, ਉਹ ਵੀ ਕੀ ਹੈ, ਐਕਸੋਕਰਾਈਨ ਗਲੈਂਡ ਹੈ, ਰਾਈਟ। ਐਕਸੋਕਰਾਈਨ ਗਲੈਂਡ ਜਿਹੜੀਆਂ ਐਂਜ਼ਾਈਮ ਪ੍ਰੋਡਿਊਸ ਕਰ ਸਕਦੀਆਂ, ਆਇਲਸ ਪ੍ਰੋਡਿਊਸ ਕਰ ਸਕਦੀਆਂ, ਮਿਲਕ, ਜਿਵੇਂ ਸਾਡੀ ਮੈਮਰੀ ਗਲੈਂਡ ਦੇ ਵਿੱਚ ਜਿਹੜੀ ਗਲੈਂਡ ਹੈਗੀ ਹੈ ਉਹ ਐਕਸੋਕਰਾਈਨ ਹੈ, ਉਹ ਮਿਲਕ ਪ੍ਰੋਡਿਊਸ ਕਰਦੀ ਹੈ। ਕੰਨਾਂ ਦੇ ਵਿੱਚ ਜਿਹੜੀ ਗਲੈਂਡ ਹੈਗੀ ਉਹ ਵੀ ਐਕਸੋਕਰਾਈਨ, ਉਹ ਈਅਰ ਵੈਕਸ ਪ੍ਰੋਡਿਊਸ ਕਰਦੀ ਹੈ, ਠੀਕ ਹੈ ਨਾ। ਜਿਹੜੀ ਇੰਟੈਸਟਾਈਨ 'ਚ ਹੈਗੀ ਉਹ ਮਿਊਕਸ ਪ੍ਰੋਡਿਊਸ ਕਰਦੀ ਹੈ। ਸੋ ਥੀਸ ਆਲ ਗਲੈਂਡਸ ਆਰ ਕਾਲਡ ਐਕਸੋਕਰਾਈਨ ਗਲੈਂਡਸ। ਉਸ ਤੋਂ ਬਾਅਦ ਹੈ ਸਾਡੇ ਕੋਲ ਐਂਡੋਕਰਾਈਨ ਗਲੈਂਡਸ। ਐਂਡੋਕਰਾਈਨ ਗਲੈਂਡਸ ਦੀ ਐਗਜ਼ਾਮਪਲ ਹੈ ਹਾਰਮੋਨਸ, ਕਿ ਜਿਹੜੀਆਂ ਗਲੈਂਡਸ ਹਾਰਮੋਨਸ ਪ੍ਰੋਡਿਊਸ ਕਰਦੀਆਂ ਉਹਨਾਂ ਨੂੰ ਅਸੀਂ ਐਂਡੋਕਰਾਈਨ ਗਲੈਂਡਸ ਕਹਿੰਦੇ ਹਾਂ। ਕਿਉਂ ਕਹਿੰਦੇ ਇਹਨਾਂ ਨੂੰ ਅਸੀਂ ਐਂਡੋਕਰਾਈਨ? ਐਂਡੋ ਮੀਨਸ ਇਨਸਾਈਡ, ਕਿ ਸਕਰੀਸ਼ਨ ਸਕਰੀਟ ਹੋ ਕੇ ਕਿਸੇ ਬਲੱਡ ਵੈਸਲ 'ਚ ਜਾਂਦੀ ਹੈ, ਨਾ ਕਿ ਕਿਸੇ ਡਕਟ ਵਿੱਚ। ਮੀਨਸ ਇਹਦੀ ਆਪਦੀ ਕੋਈ ਡਕਟ ਨਹੀਂ ਪਹੁੰਚਾਉਣ ਵਾਸਤੇ ਮਟੀਰੀਅਲ ਨੂੰ, ਇਹਨੇ ਕਿੱਥੇ ਚਲੇ ਜਾਣਾ ਹੈਗਾ, ਇਹ ਤੋਂ ਬਾਅਦ ਸਿੱਧੇ ਬਲੱਡ ਦੇ ਵਿੱਚ ਐਂਟਰ ਕਰ ਜਾਣਾ ਹੈ। ਬਲੱਡ ਇਹਨਾਂ ਨੂੰ ਉਸ ਥਾਂ 'ਤੇ ਲੈ ਜਾਊਗਾ ਸਕਰੀਸ਼ਨ ਨੂੰ ਜਿੱਥੇ ਚਾਹੀਦੀ ਹੋਗੀ। ਸੋ the secretion is carried by blood, there is no duct, secretion is carried by blood, this is called endocrine gland। ਤਾਂ ਸਾਡੀ ਪਿਚੂਟਰੀ ਗਲੈਂਡ ਹੈ, ਥਾਇਰੋਇਡ ਗਲੈਂਡ ਹੈ, ਇਹ ਸਾਰੀਆਂ ਜਿੰਨੀਆਂ ਸਾਡੀਆਂ ਐਂਡੋਕਰਾਈਨ ਗਲੈਂਡਸ ਹੈਗੀਆਂ ਉਹ ਸਾਰੀਆਂ ਕੀ ਹੈਗੀਆਂ, ਜਿੰਨੀਆਂ ਵੀ ਗਲੈਂਡਸ ਹੈ ਹਾਰਮੋਨ ਪ੍ਰੋਡਿਊਸ ਕਰ ਰਹੀਆਂ ਐਂਡੋਕਰਾਈਨ ਗਲੈਂਡਸ ਕਹਿੰਦੇ ਆ। ਫਿਰ ਆ ਗਿਆ ਮਿਕਸੋਕਰਾਈਨ ਗਲੈਂਡਸ। ਮਿਕਸੋ ਮਤਲਬ ਹੋ ਗਿਆ ਮਿਕਸ, ਕਿ ਜਿਹੜੀਆਂ ਐਕਸੋਕਰਾਈਨ ਵੀ ਹੋਣ ਅਤੇ ਐਂਡੋਕਰਾਈਨ ਵੀ ਹੋਣ। ਕਹਿਣ ਦਾ ਮਤਲਬ ਉਹ 2 ਤਰ੍ਹਾਂ ਦੀਆਂ ਸਕਰੀਸ਼ਨ ਸਕਰੀਟ ਕਰ ਰਹੀਆਂ। ਕੁਝ ਸਕਰੀਸ਼ਨਸ ਤਾਂ ਡਕਟ ਦੁਆਰਾ ਜਾਂਦੀਆਂ, ਕੁਝ ਸਕਰੀਸ਼ਨਸ ਬਲੱਡ ਦੁਆਰਾ ਜਾਂਦੀਆਂ, ਕਿੱਥੇ, ਜਿੱਥੇ ਉਹਨਾਂ ਦੀ ਲੋੜ ਹੈ। ਜਿਵੇਂ ਸਾਡੇ ਕੋਲ ਐਗਜ਼ਾਮਪਲ ਹੈਗੀ ਹੈ ਪੈਂਕਰੀਆਸ। ਜੇ ਸਾਡਾ ਪੈਂਕਰੀਆਸ ਹੈ, ਇਹ 'ਚ 2 ਤਰ੍ਹਾਂ ਦੀਆਂ ਸਕਰੀਸ਼ਨ ਸਕਰੀਟ ਹੁੰਦੀਆਂ। ਇੱਕ ਤਾਂ ਇਹ ਐਂਜ਼ਾਈਮ ਸਕਰੀਟ ਕਰਦਾ ਪੈਂਕਰੀਆਸ, ਇੱਕ ਇਹ ਹਾਰਮੋਨ ਸਕਰੀਟ ਕਰਦਾ। ਜਿਹੜੇ ਐਂਜ਼ਾਈਮ ਹੈ ਇਹ ਫੂਡ ਡਾਈਜੈਸ਼ਨ 'ਚ ਪਾਰਟੀਸਪੇਟ ਕਰਦੇ ਹੈ। ਇਹ ਡਕਟ ਦੁਆਰਾ, ਇੱਥੋਂ ਇੱਕ ਡਕਟ ਨਿਕਲਦੀ ਹੈ, ਇਸ ਤਰ੍ਹਾਂ ਕਰਕੇ ਡਕਟ ਨਿਕਲਦੀ ਹੈ, ਇਸ ਡਕਟ ਦੁਆਰਾ ਫੂਡ ਪਾਈਪ ਦੇ ਵਿੱਚ ਚਲੇ ਜਾਂਦੇ ਹੈ। ਤਾਂ ਅਸੀਂ ਕਹਾਂਗੇ ਪੈਂਕਰੀਆਸ ਕੀ ਹੈ, ਐਕਸੋਕਰਾਈਨ ਹੈ। ਲੇਕਿਨ ਕੁਝ ਸਕਰੀਸ਼ਨਸ ਕੀ ਹੈਗੀਆਂ ਉਹ ਬਲੱਡ ਦੇ ਵਿੱਚ ਪਾਸ ਹੁੰਦੀਆਂ ਹੈਗੀਆਂ, ਬਲੱਡ ਦੇ ਵਿੱਚ ਪਾਸ ਹੁੰਦੀਆਂ, ਤਾਂ ਉਹਨਾਂ ਨੂੰ ਅਸੀਂ
ਜਿਹੜਾ ਹੈਗਾ ਹਾਰਮੋਨਸ ਪੈਂਕਰੀਅਸ ਕੀ ਪ੍ਰੋਡਿਊਸ ਕਰਦਾ, ਇੰਸੂਲਿਨ ਅਤੇ ਗਲੂਕਾਗੋਨ 2 ਹਾਰਮੋਨਸ ਪ੍ਰੋਡਿਊਸ ਕਰਦਾ ਜਿਹੜੇ ਕਿ ਬਲੱਡ ਦੇ ਵਿੱਚ ਪਹੁੰਚਾਏ ਜਾਂਦੇ ਹੈਗੇ ਆ। ਉਸ ਐਂਗਲ ਤੋਂ ਦੇਖੀਏ ਤਾਂ ਪੈਂਕਰੀਅਸ ਕੀ ਹੈਗੀ ਹੈ, ਐਂਡੋਕਰਾਈਨ ਗਲੈਂਡ ਹੈ। ਇਹਦਾ ਮਤਲਬ ਪੈਂਕਰੀਅਸ ਦੋਨੋਂ ਤਰ੍ਹਾਂ ਦੇ ਫੰਕਸ਼ਨ ਪਰਫੋਰਮ ਕਰਦਾ ਹੈ, ਤਾਂ ਅਸੀਂ ਇਹਨੂੰ ਮਿਕਸੋਕਰਾਈਨ ਗਲੈਂਡ ਕਹਿੰਦੇ ਹਾਂ। ਕਿਉਂਕਿ ਇਹ ਐਂਜ਼ਾਈਮ ਸਕ੍ਰੀਟ ਕਰਦਾ ਤਾਂ ਇਹ ਐਕਸੋਕਰਾਈਨ ਗਲੈਂਡ ਹੈ, ਕਿਉਂਕਿ ਇਹ ਹਾਰਮੋਨ ਪ੍ਰੋਡਿਊਸ ਕਰ ਰਿਹਾ, ਇਸ ਕਰਕੇ ਇਹ ਐਂਡੋਕਰਾਈਨ ਗਲੈਂਡ ਹੈ। ਸੋ ਇਨ ਆਵਰ ਬੋਡੀ ਕੁਐਸਚਨ ਆ ਜਾਂਦਾ ਵਿਚ ਗਲੈਂਡ ਇਜ਼ ਮਿਕਸੋਕਰਾਈਨ ਗਲੈਂਡ, ਓਨਲੀ ਪੈਂਕਰੀਅਸ ਗਲੈਂਡ ਇਜ਼ ਦਾ ਮਿਕਸੋਕਰਾਈਨ ਗਲੈਂਡ। ਠੀਕ ਹੈ ਬੇਟੇ। ਤਾਂ ਉਸ ਤੋਂ ਬਾਅਦ ਜਿਹੜਾ ਹੈ ਮੇਨ ਤੁਹਾਡੇ ਇਹ ਸਾਰੇ ਸਿੰਪਲ ਐਪੀਥੀਲੀਅਮ ਹੋ ਗਏ। ਫਿਰ ਅਸੀਂ ਜੇ ਗੱਲ ਕਰਦੇ ਹਾਂ ਕੰਪਾਊਂਡ ਐਪੀਥੀਲੀਅਮ ਦੀ। ਕੰਪਾਊਂਡ ਐਪੀਥੀਲੀਅਮ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਸਪੋਜ਼ ਕਰੋ ਆ ਇੱਕ ਬੇਸਮੈਂਟ ਮੈਂਬਰਨ ਹੈ। ਤੁਸੀਂ ਮੰਨ ਲਓ ਇੱਕ ਫਰਸ਼ ਲਗਾਉਣ ਲੱਗੇ ਹੋ ਬੇਟੇ, ਸਪੋਜ਼ ਕਰੋ ਇੱਕ ਫਰਸ਼ ਲਗਾਉਣ ਲੱਗੇ ਹੋ, ਥੱਲੇ ਤੁਸੀਂ ਸੀਮੈਂਟ ਦੀ ਲੇਅਰ ਲਗਾ ਦਿੱਤੀ, ਰਾਈਟ। ਜੇ ਹੁਣ ਤੁਸੀਂ ਪਹਿਲਾਂ ਤਾਂ ਇੱਥੇ ਇੱਟਾਂ ਲਗਾਤੀਆਂ, ਰਾਈਟ, ਉਹਦੇ ਉੱਤੇ ਫਿਰ ਤੁਸੀਂ ਇੱਟਾਂ ਲਗਾਤੀਆਂ। ਜੇ 2-3 ਲੇਅਰਸ ਦੇ ਵਿੱਚ ਤੁਸੀਂ ਇੱਟਾਂ ਲਗਾਤੀਆਂ ਤਾਂ ਅਸੀਂ ਇਹਨੂੰ ਕਹਿੰਦੇ ਹਾਂ ਕੰਪਾਊਂਡ ਐਪੀਥੀਲੀਅਮ। ਜਿਵੇਂ ਅਸੀਂ ਕੋਈ ਕੰਧ ਖੜੀ ਕਰਦੇ ਹੈਗੇ ਆ ਤਾਂ ਅਸੀਂ ਇੱਟਾਂ ਦੇ ਉੱਤੇ ਇੱਟਾਂ ਧਰ ਕੇ ਕੰਧ ਖੜੀ ਕਰ ਦਿੰਦੇ ਹੈਗੇ ਆ, ਚਾਹੇ ਉਹ ਛੋਟੀ ਹੈ ਚਾਹੇ ਉਹ ਵੱਡੀ ਹੈ, ਤਾਂ ਅਸੀਂ ਉਹਨੂੰ ਕੰਪਾਊਂਡ ਕਹਿੰਦੇ ਹਾਂ। ਠੀਕ ਹੈ। ਤਾਂ ਸਾਡੀ ਬੋਡੀ ਦੇ ਵਿੱਚ ਵੀ ਕੀ ਹੁੰਦੀ ਹੈ ਇਸ ਤਰ੍ਹਾਂ ਕੰਪਾਊਂਡ ਐਪੀਥੀਲੀਅਮ। ਤਾਂ ਅਸੀਂ ਇਹਨੂੰ ਇਸ ਤਰ੍ਹਾਂ ਬਣਾ ਕੇ ਸ਼ੋਅ ਕਰਦੇ ਹਾਂ। ਸਪੋਜ਼ ਦਿਸ ਇਜ਼ ਅ ਬੇਸਮੈਂਟ ਮੈਂਬਰੇਨ, ਇਹਦੇ ਉੱਤੇ ਕੀ ਪਈਆਂ ਹੈਗੀਆਂ 2-3 ਲੇਅਰਸ ਸੈਲਸ ਦੀਆਂ ਪਈਆਂ, ਦਿਸ ਇਜ਼ ਕਾਲਡ ਕੰਪਾਊਂਡ ਐਪੀਥੀਲੀਅਮ। ਜੇ ਮੈਂ ਇਹਨੂੰ ਐਕਸਟੈਂਡ ਕਰਾਂ ਤਾਂ ਇਸ ਤਰ੍ਹਾਂ ਨਜ਼ਰ ਆਉਂਦੀ ਹੈ। ਠੀਕ ਹੈ। ਇਹ ਜਿਹੜੀ ਆ ਕੰਪਾਊਂਡ ਐਪੀਥੀਲੀਅਮ ਕਿੱਥੇ ਪਾਈ ਜਾਂਦੀ ਹੈ ਬੇਟੇ, ਸਾਡੀ ਸਕਿਨ ਦੇ ਵਿੱਚ। ਤਾਂ ਮੰਨ ਲਓ ਕਿ ਤੁਹਾਡੀ ਇਹ ਬਾਜੂ ਦੀ ਸਕਿਨ ਹੈਗੀ, ਤੁਹਾਡੀ ਬਾਂਹ ਹੈ ਸਾਰੀ, ਇਹਦੀ ਆਊਟਰ ਸਕਿਨ ਹੈ। ਇੱਥੋਂ ਜਿਹੜੇ ਸੈਲਸ ਡੈਡ ਸੈੱਲ ਝੜਦੇ ਰਹਿੰਦੇ ਹੈ, ਨਵੇਂ ਸੈੱਲ ਬਣ ਕੇ ਐਡ ਹੁੰਦੇ ਰਹਿੰਦੇ ਹੈ। ਸਕਿਨ ਦਾ ਕੰਮ ਕੀ ਹੁੰਦਾ ਹੈਗਾ, ਬਾਹਰੋਂ ਧੁੱਪ ਤੋਂ, ਬਾਰਿਸ਼ ਤੋਂ, ਰੇਜ਼ ਤੋਂ, ਜਰਮਸ ਤੋਂ ਸਾਡੀ ਬੋਡੀ ਦੀ ਪ੍ਰੋਟੈਕਸ਼ਨ ਕਰਨਾ, ਉਹਨਾਂ ਨੂੰ ਐਂਟਰ ਨਹੀਂ ਹੋਣ ਦਿੰਦੀ। ਸਕਿਨ ਸਾਡੀ ਬੋਡੀ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਐਂਟਰ ਨਹੀਂ ਹੋਣ ਦਿੰਦੀ, ਪ੍ਰੋਟੈਕਸ਼ਨ ਦਾ ਕੰਮ ਕਰਦੀ ਹੈ। ਤਾਂ ਕੰਪਾਊਂਡ ਐਪੀਥੀਲੀਅਮ ਕਿੱਥੇ ਪਾਈ ਜਾਂਦੀ ਹੈ ਬੇਟੇ, ਕੰਪਾਊਂਡ ਐਪੀਥੀਲੀਅਮ ਇਜ਼ ਫਾਊਂਡ ਇਨ ਦਾ ਸਕਿਨ, ਦੈਟ ਇਜ਼ ਫਾਰਮਡ ਇਨ ਦਾ ਸਕਿਨ ਓਨਲੀ, ਰਾਈਟ। ਇਹ ਗੱਲ ਤੁਹਾਨੂੰ ਸਮਝ ਆ ਗਿਆ। ਸੋ ਇਹ ਤੁਸੀਂ ਡਿਫਰੈਂਟ ਟਾਈਪਸ ਆਫ ਐਪੀਥੀਲੀਅਮ ਕਰ ਲੈਣਾ। ਮੈਂ ਤੁਹਾਨੂੰ ਬੁੱਕ ਦੇ ਵਿੱਚ ਵੀ ਕਰੀ ਦਿਖਾ ਦਿੰਦੀ ਹੈਗੀ ਹੈ। ਬੁੱਕ ਦੇ ਵਿੱਚ ਤੁਹਾਡਾ ਇਹ ਚੈਪਟਰ ਨੰਬਰ 7 ਹੈ, ਸਟਰਕਚਰਲ ਆਰਗੇਨਾਈਜੇਸ਼ਨ ਆਫ ਐਨੀਮਲਸ। ਇਹ ਸਭ ਤੋਂ ਪਹਿਲਾਂ ਟਿਸ਼ੂ ਦੀ ਡੈਫੀਨੇਸ਼ਨ ਹੈ। ਫਿਰ ਦੱਸਿਆ ਵੀ ਐਨੀਮਲ ਟਿਸ਼ੂ ਜਿਹੜਾ ਹੈਗਾ ਉਹ 4 ਤਰ੍ਹਾਂ ਦਾ ਹੁੰਦਾ ਹੈਗਾ, ਐਪੀਥੀਲੀਅਲ ਟਿਸ਼ੂ, ਕਨੈਕਟਿਵ ਟਿਸ਼ੂ, ਮਸਕੂਲਰ ਟਿਸ਼ੂ ਅਤੇ ਨਿਊਰਲ ਟਿਸ਼ੂ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਐਪੀਥੀਲੀਅਲ ਟਿਸ਼ੂ ਦੀ ਡਿਸਕ੍ਰਿਪਸ਼ਨ ਹੈਗੀ ਹੈ, ਜਿਹਦੇ 'ਚ ਦੱਸਿਆ ਗਿਆ ਕਿ ਸਿੰਪਲ ਐਪੀਥੀਲੀਅਮ ਹੈ, ਕੰਪਾਊਂਡ ਐਪੀਥੀਲੀਅਮ ਹੈ। ਆਹ ਜਿਹੜੇ ਸਿੰਪਲ ਐਪੀਥੀਲੀਅਮ ਅਤੇ ਕੰਪਾਊਂਡ, ਸਿੰਪਲ ਐਪੀਥੀਲੀਅਮ ਕਾਹਦਾ ਬਣਿਆ ਹੋਇਆ, ਸਿੰਗਲ ਲੇਅਰ ਆਫ ਸੈਲਸ ਦਾ ਬਣਿਆ ਹੋਇਆ, ਰਾਈਟ। ਇਹ ਅੱਗੇ ਕਿੰਨੇ ਟਾਈਪ ਦਾ, 3 ਤਰ੍ਹਾਂ ਦਾ, ਸਕੈਮਸ, ਕਿਊਬੋਇਡਲ ਐਂਡ ਕੋਲਮਨਰ। ਸਕੈਮਸ ਦੇ ਵਿੱਚ ਫਲੈਟ ਸੈੱਲ ਹੈ, ਕਿਊਬੋਇਡਲ 'ਚ ਕਿਊਬ ਸ਼ੇਪ ਸੈੱਲ ਹੈ, ਅਤੇ ਕੋਲਮਨਰ ਦੇ ਵਿੱਚ ਲੰਬੇ ਸੈੱਲ ਹੈ। ਕੋਲਮਨਰ ਸੈੱਲ ਦੇ ਵਿੱਚ ਜੇ ਸੀਲੀਆ ਪ੍ਰੈਜੈਂਟ ਹੋਣ ਤਾਂ ਅਸੀਂ ਉਹਨੂੰ ਸੀਲੀਏਟਡ ਐਪੀਥੀਲੀਅਮ ਕਹਿ ਦਿੰਦੇ ਹਾਂ, ਰਾਈਟ। ਇੱਥੇ ਦੱਸਿਆ ਹੋਇਆ ਕਿ ਕਿਹੜੇ ਤਰ੍ਹਾਂ ਦੀ ਐਪੀਥੀਲੀਅਮ ਕਿੱਥੇ ਪ੍ਰੈਜੈਂਟ ਹੁੰਦੀ ਹੈ। ਕਿਊਬੋਇਡਲ ਐਪੀਥੀਲੀਅਮ ਬਾਰੇ ਦੱਸਿਆ ਕਿ ਇਹ ਥਿਨ ਲੇਅਰ ਹੈਗੀ ਹੈ, ਸਿੰਗਲ ਥਿਨ ਲੇਅਰ। ਇਹ ਬਲੱਡ ਵੈਸਲ ਦੇ ਵਿੱਚ ਪਾਈ ਜਾਂਦੀ ਹੈਗੀ ਹੈ ਅਤੇ ਲੰਗਸ ਦੇ ਸੈਕਸ ਦੇ ਵਿੱਚ ਪਾਈ ਜਾਂਦੀ ਹੈ। ਕਿਊਬੋਇਡਲ ਐਪੀਥੀਲੀਅਮ ਕਿੱਥੇ ਪ੍ਰੈਜੈਂਟ ਹੈ, ਗਲੈਂਡਸ ਦੀ ਡਕਟਸ ਦੇ ਵਿੱਚ ਅਤੇ ਟਿਊਬੂਲਰ ਪਾਰਟਸ ਆਫ ਨੈਫਰੋਨ ਦੇ ਵਿੱਚ ਪ੍ਰੈਜੈਂਟ ਹੈ। ਉਸ ਤੋਂ ਬਾਅਦ ਜਿਹੜੀ ਮਾਈਕਰੋਵਿਲਾਈ ਵਾਲੀ ਐਪੀਥੀਲੀਅਮ ਹੈ, ਦੈਟ ਇਜ਼ ਪ੍ਰੈਜੈਂਟ ਇਨ ਦਾ ਸਟਮਕ ਐਂਡ ਇੰਟੈਸਟਾਈਨ। ਦੈਨ ਕੋਲਮਨਰ ਐਪੀਥੀਲੀਅਮ ਦੇ ਵਿੱਚ ਗਲੈਂਡੂਲਰ ਐਪੀਥੀਲੀਅਮ ਆ ਜਾਂਦੀ ਹੈ, ਸੀਲੀਏਟਡ ਐਪੀਥੀਲੀਅਮ ਆ ਜਾਂਦੀ ਹੈ। ਸੀਲੀਏਟਡ ਜਿਹੜੀ ਹੈਗੀ ਹੈ ਮੇਨਲੀ ਪ੍ਰੈਜੈਂਟ ਹੈ ਬ੍ਰੌਂਕੀਓਲਸ ਦੀ ਫੈਲੋਪੀਅਨ ਟਿਊਬ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਦਿਖਾਇਆ ਹੋਇਆ ਹੈਗਾ ਗੋਬਲੇਟ ਸੈੱਲ ਦਿਖਾਇਆ ਹੋਇਆ ਅਤੇ ਮਲਟੀ ਸੈੱਲ, ਦਿਸ ਇਜ਼ ਦਾ ਗੋਬਲੇਟ, ਇੱਕ ਸੈੱਲ ਦਿਖਾਇਆ ਹੋਇਆ ਹੈਗਾ। ਗਲੈਂਡੂਲਰ ਐਪੀਥੀਲੀਅਮ ਦਿਖਾਈ ਹੋਈ ਹੈ, ਗਲੈਂਡੂਲਰ ਐਪੀਥੀਲੀਅਮ 'ਚ ਗਲੈਂਡ ਬਣੀ ਹੋਈ ਹੈ। ਜੇ ਸਿੰਗਲ ਸੈੱਲਡ ਹੋਵੇ ਤਾਂ ਅਸੀਂ ਗੋਬਲੇਟ ਸੈੱਲ ਕਹਿੰਦੇ ਹਾਂ, ਯੂਨੀਸੈਲੂਲਰ ਗਲੈਂਡ, ਦਿਸ ਇਜ਼ ਯੂਨੀਸੈਲੂਲਰ ਗਲੈਂਡ, ਇੱਕ ਸੈੱਲ। ਇਹ ਮਲਟੀ ਸੈਲੂਲਰ ਗਲੈਂਡ ਹੈ, ਕਾਫੀ ਸਾਰੇ ਸੈਲਸ ਨੇ, ਗਲੈਂਡੂਲਰ ਹੈ, ਆਦਿ ਸਕ੍ਰੀਸ਼ਨ ਨੂੰ ਇੱਥੇ ਸਕ੍ਰੀਟ ਕਰਦੇ ਆ, ਰਾਈਟ। ਇਹ ਅੱਗੇ 3 ਤਰ੍ਹਾਂ ਦੀ ਹੈਗੀ ਹੈ, ਐਕਸੋਕਰਾਈਨ, ਐਂਡੋਕਰਾਈਨ ਅਤੇ ਮਿਕਸੋਕਰਾਈਨ, ਠੀਕ ਹੈ। ਮਿਕਸੋਕਰਾਈਨ ਜਿਹੜੀ ਹੈਗੀ ਉਹ ਪੈਂਕਰੀਅਸ ਬਾਰੇ ਇੱਥੇ ਦੱਸਿਆ ਹੋਇਆ। ਫਿਰ ਕੰਪਾਊਂਡ ਐਪੀਥੀਲੀਅਮ ਬਾਰੇ ਦੱਸਿਆ ਹੋਇਆ। ਕੰਪਾਊਂਡ ਐਪੀਥੀਲੀਅਮ ਕਿੱਥੇ ਪ੍ਰੈਜੈਂਟ ਹੈ, ਜਨਰਲੀ ਸਾਡੀ ਡਰਾਈ ਸਕਿਨ ਹੈਗੀ, ਸਰਫੇਸ ਹੈਗੀ ਹੈ, ਉੱਥੇ ਪ੍ਰੈਜੈਂਟ ਹੈ। ਅਤੇ ਬੱਕਲ ਕੈਵਿਟੀ ਹੁੰਦੀ ਹੈ ਮੂੰਹ ਦੀ ਕੈਵਿਟੀ, ਜਦੋਂ ਅਸੀਂ ਮੂੰਹ ਖੋਲ੍ਹਦੇ ਹਾਂ ਅੰਦਰੋਂ ਮੂੰਹ ਨਜ਼ਰ ਆਉਂਦਾ ਹੈ, ਉੱਥੇ ਵੀ ਕੰਪਾਊਂਡ ਐਪੀਥੀਲੀਅਮ ਪ੍ਰੈਜੈਂਟ ਹੁੰਦੀ ਹੈ।
सो ये दिखाई हुई है कंपाउंड एपीथीलियम। देखो एक लेयर, 2 लेयर, 3 लेयर, 4 लेयर, ऐसा करके मैनी लेयर्स फॉर्म द एपीथीलियम। सो दिस इज़ ऑल अबाउट द एपीथीलियल टिशू। अज तुहानूं सिर्फ इस लैक्चर दे विच एपीथीलियल टिशू की डिस्क्रिप्शन दी गई है।